heartiest welcome to HMV हंसराज महिला महाविद्यालय की अपनी सारिਆਂ ਦੀ संस्था। लेकिन कभी कभी कोई ना कोई ਇਹੋ ਜਿਹਾ मौका ਅਸੀਂ ਜ਼ਰੂਰ ਬਣਾ ਲੈਂਦੇ ਹਾਂ ਜਦੋਂ ਤੁਹਾਨੂੰ ਸਾਰਿਆਂ ਨੂੰ ਬੁਲਾ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਇਹਦੇ ਨਾਲ ਜਿਹੜੇ ਰਿਸ਼ਤੇ ਹੈ ਉਹ ਮੈਨੂੰ ਲੱਗਦਾ ਹੈ ਕਿ ਮਜ਼ਬੂਤ ਹੁੰਦੇ ਚਲੇ ਜਾਂਦੇ ਹੈ। ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਸਾਰਾ ਕੁਝ ਆਨਲਾਈਨ ਹੀ ਚੱਲ ਰਿਹਾ ਸੀਗਾ ਤੇ ਮਿਲਣਾ ਜਿਹੜਾ ਹੈ ਉਹ ਬਹੁਤ ਅੱਛਾ ਲੱਗਦਾ ਹੈ ਸਾਰਿਆਂ ਨੂੰ, ਤਾਂ ਕਿ ਉਹ ਰਿਸ਼ਤਿਆਂ ਨੂੰ ਅਸੀਂ ਮਜ਼ਬੂਤ ਕਰ ਸਕੀਏ, ਉਹ ਰਿਸ਼ਤਿਆਂ ਨੂੰ ਅਸੀਂ ਇੱਕ ਸਟੈਂਪ ਲਗਾ ਸਕੀਏ ਕਿ ਵੀ ਬਿਲੋਂਗ ਟੂ ਦ ਸੇਮ ਫੈਮਿਲੀ। ਸੋ ਉਸੇ ਦੇ ਤਹਿਤ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹੰਸਰਾਜ ਮਹਿਲਾ ਮਹਾਵਿਦਿਆਲਾ। ਥੋੜਾ ਜਿਹਾ ਖਾਸ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਆ ਉਹਦੇ ਲਈ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਮੈਂ ਇੰਟਰੋਡਕਸ਼ਨ ਦੇ ਰਹੀ ਹਾਂ। ਨੈਸ਼ਨਲ ਸਾਇੰਸ ਵੀਕ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ 22 ਤਰੀਕ ਤੋਂ ਲੈ ਕੇ 28 ਤਰੀਕ ਤੱਕ ਮਨਾਇਆ ਜਾ ਰਿਹਾ ਹੈ, ਗਵਰਨਮੈਂਟ ਆਫ ਇੰਡੀਆ ਵੱਲੋਂ ਮਨਾਇਆ ਜਾ ਰਿਹਾ ਹੈ। ਜਿਹੜਾ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਹੈ ਉਹਦੇ ਵਿੱਚ ਆਫਿਸ ਆਫ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰੀ ਐਂਡ ਮਿਨਿਸਟਰੀ ਆਫ ਕਲਚਰ, ਗਵਰਨਮੈਂਟ ਆਫ ਇੰਡੀਆ ਔਰ ਵਿਗਿਆਨ ਪ੍ਰਸਾਰ ਨੇ ਮਿਲ ਕੇ ਇਹ ਬੀੜਾ ਚੁੱਕਿਆ ਹੈ ਕਿ ਅਸੀਂ ਸਾਇੰਸ ਨੂੰ ਪ੍ਰਮੋਟ ਕਰਨ ਲਈ ਕਿਸ ਤਰ੍ਹਾਂ ਦੇ ਉਪਰਾਲੇ ਕਰ ਸਕਦੇ ਹਾਂ। ਔਰ ਉਹਨਾਂ ਉਪਰਾਲਿਆਂ ਦੇ ਵਿੱਚ ਹੀ ਪੂਰੇ ਨੈਸ਼ਨਲ ਪੱਧਰ ਦੇ ਉੱਤੇ ਇਹ ਸਾਇੰਸ ਵੀਕ 22 ਤਰੀਕ ਤੋਂ 28 ਤਰੀਕ ਤੱਕ 75 ਜਗ੍ਹਾ ਦੇ ਉੱਤੇ ਮਨਾਇਆ ਜਾ ਰਿਹਾ ਹੈ। ਔਰ ਸਾਨੂੰ ਇਹ ਬੜਾ ਮਾਣ ਹੈ ਕਿ ਉਹਨਾਂ 75 ਜਗ੍ਹਾ ਦੇ ਵਿੱਚ ਜਲੰਧਰ ਸ਼ਹਿਰ ਵੀ ਇੱਕ ਸ਼ਹਿਰ ਹੈ ਜਿੱਥੇ ਇਹ ਮਨਾਇਆ ਜਾ ਰਿਹਾ ਹੈ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਪੂਰੇ 5 ਸੈਂਟਰਸ ਦਿੱਤੇ ਨੇ, ਜਿਹਦੇ ਵਿੱਚ 4 ਯੂਨੀਵਰਸਿਟੀਜ਼ ਨੇ ਤੇ ਹੰਸਰਾਜ ਮਹਿਲਾ ਮਹਾਵਿਦਿਆਲਾ ਇੱਕ ਵਾਹਿਦ ਕਾਲਜ ਹੈ ਜਿਹਨੂੰ ਇਹ ਮੌਕਾ ਦਿੱਤਾ ਗਿਆ ਹੈ ਕਿ ਅਸੀਂ ਆਪਣੇ ਕੈਂਪਸ ਦੇ ਵਿੱਚ ਵਿਗਿਆਨ ਪ੍ਰਸਾਰ ਦੇ ਨਾਲ ਮਿਲਦੇ ਹੋਏ ਇਹ ਉਤਸਵ ਮਨਾਈਏ, ਜਿਹਦੀ ਟੈਗ ਲਾਈਨ ਹੈ ਵਿਗਿਆਨ ਸਰਵਤਰ ਪੂਜਤੇ। ਇਹ ਟੈਗ ਲਾਈਨ ਗਵਰਨਮੈਂਟ ਆਫ ਇੰਡੀਆ ਵੱਲੋਂ ਦਿੱਤੀ ਗਈ ਹੈ ਔਰ ਗਵਰਨਮੈਂਟ ਆਫ ਇੰਡੀਆ ਵੱਲੋਂ ਹੀ ਇਹਦਾ ਇੱਕ ਪੂਰਾ ਦਾ ਪੂਰਾ 7 ਦਿਨ ਦਾ ਪ੍ਰੋਗਰਾਮ ਉਲੇਖਿਆ ਗਿਆ ਹੈ। ਉਸੇ ਗਾਈਡਲਾਈਨਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਲੋਕਾਂ ਨੇ ਆਪਣੇ ਕਾਲਜ ਦੇ ਵਿੱਚ, ਆਪਣੇ ਕੈਂਪਸ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਪ੍ਰੋਗਰਾਮਸ ਰੱਖੇ ਨੇ, ਜਿਹਦੇ ਵਿੱਚ ਫਿਲਮ ਸ਼ੋਜ਼ ਨੇ, ਬਹੁਤ ਸਾਰੀਆਂ ਟਾਕਸ ਨੇ, ਬਹੁਤ ਸਾਰੇ ਲੈਕਚਰਸ ਨੇ, ਪੋਸਟਰਸ ਨੇ, ਰੰਗੋਲੀ ਹੈ, ਨੁੱਕੜ ਨਾਟਕ ਹੋਣਗੇ, ਬੁੱਕ ਫੇਅਰ ਲੱਗਣਗੇ। ਕਹਿਣ ਦਾ ਭਾਵ ਇਹ ਹੈ ਕਿ ਹਰ ਤਰੀਕੇ ਦੇ ਨਾਲ ਬੱਚਿਆਂ ਦੇ ਕੈਲੀਬਰ ਨੂੰ ਧਿਆਨ 'ਚ ਰੱਖਦੇ ਹੋਏ, ਅੱਛਾ ਉਸ ਤੋਂ ਵੀ ਪਹਿਲੀ ਗੱਲ ਹੈ ਕਿ ਇਹ ਸਕੂਲ ਲਈ ਵੀ ਹੈ, ਕਾਲਜਸ ਲਈ ਵੀ ਹੈ ਔਰ ਯੂਨੀਵਰਸਿਟੀਜ਼ ਲਈ ਵੀ ਹੈ। ਸੋ ਜਿਹੜਾ ਵੀ ਕੰਪੀਟੀਸ਼ਨ ਹੋਏਗਾ, ਜਿਹੜਾ ਵੀ ਕੋਈ ਐਕਟੀਵਿਟੀ ਹੋਏਗੀ, ਉਹ ਇਹ ਤਿੰਨੋਂ ਲੈਵਲਸ ਨੂੰ ਧਿਆਨ 'ਚ ਰੱਖਦੇ ਹੋਏ ਕੀਤੀ ਗਈ ਹੈ ਔਰ ਇਹਦੇ ਪ੍ਰਾਈਜ਼ਸ ਵੀ ਜਿਹੜੇ ਹੋਣਗੇ ਉਹ ਇਹਨਾਂ ਤਿੰਨਾਂ ਲੈਵਲਸ ਦੇ ਹਿਸਾਬ ਨਾਲ ਹੋਣਗੇ। ਪਰਪਸ ਸਾਡਾ ਸਾਰਿਆਂ ਦਾ ਇੱਕੋ ਹੀ ਹੈ ਕਿ ਅਸੀਂ ਸਾਇੰਸ ਨੂੰ ਕਿਸ ਤਰੀਕੇ ਦੇ ਨਾਲ ਪ੍ਰਮੋਟ ਕਰੀਏ, ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਰਿਸਰਚ ਵਾਲੇ ਪਾਸੇ ਜਿਹੜਾ ਹੈ ਉਹ ਤੋਰੀਏ, ਤਾਂ ਕਿ ਸਾਡੇ ਬੱਚੇ ਉਹ ਰਿਸਰਚ ਐਪਟੀਟਿਊਡ ਰੱਖਦੇ ਹੋਏ ਦੇਸ਼ ਦੇ ਵਿੱਚ, ਪੂਰੇ ਦੇ ਪੂਰੇ ਸੰਸਾਰ ਦੇ ਵਿੱਚ, ਪੂਰੇ ਗਲੋਬ ਦੇ ਵਿੱਚ ਆਪਣਾ ਨਾਮ ਪੈਦਾ ਕਰ ਸਕਣ। ਤੁਸੀਂ ਅਕਸਰ ਦੇਖਿਆ ਹੋਏਗਾ ਕਿ ਸਾਡੇ ਹੀ ਪੜ੍ਹੇ ਹੋਏ ਬੱਚੇ ਜਦੋਂ ਬਾਹਰ ਜਾਂਦੇ ਨੇ, ਜਦੋਂ ਉਹਨਾਂ ਨੂੰ ਬਹੁਤ ਸਾਰੀਆਂ ਉੱਥੇ ਫੈਸਿਲਿਟੀਜ਼ ਮਿਲ ਜਾਂਦੀਆਂ ਨੇ ਤੇ ਉਹ ਰਿਸਰਚ ਦੇ ਵਿੱਚ ਬਹੁਤ ਜ਼ਿਆਦਾ ਐਕਸੈਲ ਕਰਦੇ ਨੇ। ਸੋ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਮੀ ਜਿਹੜੀ ਹੈ ਉਹ ਸਾਡੀ ਟੀਚਿੰਗ ਦੇ ਵਿੱਚ ਜਾਂ ਸਾਡੀ ਮੈਥਡੋਲੋਜੀ ਦੇ ਵਿੱਚ, ਸਾਡੀ ਇਨਫਰਾਸਟ੍ਰਕਚਰ ਦੇ ਵਿੱਚ ਜਾਂ ਸਾਡੇ ਤਰੀਕੇ ਦੇ ਵਿੱਚ ਰਹਿ ਜਾਂਦੀ ਹੈ ਕਿ ਆਪਣੇ ਦੇਸ਼ 'ਚ ਰਹਿੰਦੇ ਹੋਏ ਉਹ ਬੱਚੇ ਜਿਹੜੇ ਹੈ ਉਹ ਇੰਨਾ ਐਕਸੈਲ ਨਹੀਂ ਕਰ ਪਾਉਂਦੇ, ਲੇਕਿਨ ਜਦੋਂ ਉਹਨਾਂ ਨੂੰ ਪ੍ਰੋਪਰ ਓਪਰਚੁਨਿਟੀਜ਼ ਮਿਲਦੀਆਂ ਨੇ ਤੇ ਉਹ ਬਹੁਤ ਜ਼ਿਆਦਾ ਅੱਗੇ ਨਿਕਲ ਜਾਂਦੇ। ਸੋ ਸਾਡੀ ਸਰਕਾਰ ਦਾ, ਗਵਰਨਮੈਂਟ ਦਾ ਇਹ ਉਪਰਾਲਾ ਵਾਕਈ ਸ਼ਲਾਘਾਯੋਗ ਹੈ। ਇਹਦੇ ਲਈ ਜਿਹੜੇ ਉਹਨਾਂ ਨੇ 75 ਸੈਂਟਰ ਚੁਣੇ ਨੇ, ਉਹਨਾਂ ਨੇ ਸੀਡ ਮਨੀ ਦੀ ਗ੍ਰਾਂਟ ਵੀ ਦਿੱਤੀ ਹੈ ਐਂਡ ਹੰਸਰਾਜ ਮਹਿਲਾ ਮਹਾਵਿਦਿਆਲਾ ਹੈਜ਼ ਆਲਸੋ ਗॉट दैट ਗ੍ਰਾਂਟ, ਜਿਹਦੇ ਅੰਡਰ ਰਹਿ ਕੇ ਇੰਸਟੀਟਿਊਸ਼ਨ ਦੇ ਉੱਤੇ ਕੋਈ ਫਾਈਨੈਂਸ਼ੀਅਲ ਬਰਡਨ ਨਹੀਂ ਹੋਏਗਾ ਇਹ ਪੂਰਾ ਦਾ ਪੂਰਾ ਪ੍ਰੋਗਰਾਮ ਕਰਨ ਲਈ। ਚਾਹੇ ਉਹਦੇ ਵਿੱਚ ਅਸੀਂ ਲੈਕਚਰ ਸੀਰੀਜ਼ ਹੈ ਉਹਦੇ ਆਨਰੇਰੀਅਮ ਦੇਣੇ ਹੈ, ਜਾਂ ਬੱਚਿਆਂ ਨੂੰ ਕੋਈ ਰਿਫਰੈਸ਼ਮੈਂਟ ਦੇਣੀ ਹੈ, ਜਾਂ ਬੱਚਿਆਂ ਦੀਆਂ ਐਕਟੀਵਿਟੀਜ਼ ਕਰਾਉਣੀਆਂ, ਬੱਚਿਆਂ ਨੂੰ ਪ੍ਰਾਈਜ਼ਸ ਦੇਣੇ ਹੈ, ਦੇ ਆਰ ਆਲ ਟੇਕਨ ਕੇਅਰ ਬਾय दैट ਗ੍ਰਾਂਟ ਆਫ ਗਵਰਨਮੈਂਟ ਆਫ ਇੰਡੀਆ। ਸੋ ਹੁਣ ਸਾਡੇ ਕੋਲ ਮੈਮ ਜਦੋਂ ਅਸੀਂ ਇਨੋਵੇਸ਼ਨ ਔਰ ਇਨਵੈਂਸ਼ਨ ਦੀ ਗੱਲ ਕਰਦੇ ਹਾਂ ਤੇ ਅਸੀਂ ਇਹ ਸਾਰੇ ਜਣੇ ਇਸ ਗੱਲ ਤੇ ਐਗਰੀ ਕਰਾਂਗੇ
कि साइंस के विच कदी भी जदों कोई नवी चीज़ आती है तो उन्होंने असी एक इन्वेंशन जरूरत सानू एक किसी चीज़ की होए और असी उन्होंने खोज कर लेने तो दैट बिकम्स अ थिंग ऑफ यूटिलिटी फॉर एवरीबडी। उस तरह दी इनोवेशनस करने लई हंसराज मैला महाविद्यालय जानिया जाता है। जे तुसी देखोगे कि पेपर रीसाइकलिंग यूनिट की असी गल करिए तो वाहिद संस्था है जिथे पेपर रीसाइकलिंग यूनिट है। और जे तुसी साडे स्कूल सैक्शन वाले पासे जाके देखोगे तो देयर इज अ कंप्लीट गार्डन जिन्हों असी कहने ट्रैश टू ट्रैशर कि जिहड़ियां वेस्ट चीज़ां हैं उन्होंने रीयूज करके किस तरह असी इस्तेमाल कर सकते हैं। सो उन्होंने इनोवेशनस और इन्वेंशनस की असी इत्थे गल करांगे। दैन आ गया 26 तरीक को साइंस लिटरेचर फैसटीवल जिहदे विच मेन जिहड़ा है आपां बुक्स की गल करांगे, कुछ लैक्चर सीरीज होणगियां, कुछ बच्चे बोलणगे, कुछ बच्चों दी पोइम्स होणगियां, ये सारा कुछ होएगा। और 27 तरीक को जिहड़ा होएगा रोड अहेड फॉर नेक्स्ट 25 ईयर्स ऑफ इंडियन साइंस एंड टैक्नोलॉजी कि असी की सोचते हैं कि आज तो 25 साल बाद साइंस साडे लई की कुछ लैके आएगी और ਉਹਦੇ की बेनिफिट्स ਜਿਹੜੇ है वो सानू हो सकणगे। मेन अट्रैक्शंस इस पूरे के पूरे हफ्ते ਦੀਆਂ ਜਿਹੜੀਆਂ ਹੋਣਗੀਆਂ दैट इज एज आई टोल्ड यू लेक्चर सीरीज फ्रॉम एक्सपर्ट पीपल। ਇਹੋ ਜਿਹੇ ਲੋਕ ਲੈਕਚਰਸ ਲਈ ਅਸੀਂ ਇਨਵਾਈਟ ਕਰਾਂਗੇ ਗਵਰਨਮੈਂਟ ਆਫ ਇੰਡੀਆ ਵੱਲੋਂ ਹੀ ਜਿਨ੍ਹਾਂ ਨੂੰ ਆਮ ਅਸੀਂ ਔਨ ਰੇਡੀਅਮ ਵੀ ਨਹੀਂ ਉਹਨਾਂ ਦੇ ਸਕਦੇ ਔਰ ਆਮ ਆਦਮੀ ਦੀ ਉਹ ਪਹੁੰਚ ਤੋਂ ਵੀ ਬਾਹਰ ਹੈ। ਇਹੋ ਜਿਹੇ ਲੋਕ ਜਿਹੜੇ ਰਿਸੋਰਸ ਪਰਸਨਸ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਸ਼ਾਰਟਲਿਸਟ ਕੀਤੇ ਗਏ ਨੇ ਜਿਹੜੇ ਕਿ ਬੱਚਿਆਂ ਦੇ ਨਾਲ ਗੱਲਬਾਤ ਕਰਨਗੇ। ਕੁਝ ਲੋਕ ਜਿਹੜੇ ਹੈ ਆਨਲਾਈਨ ਆਣਗੇ ਔਰ ਕੁਝ ਲੋਕ ਜਿਹੜੇ ਹੈ ਉਹ ਆਫਲਾਈਨ ਵੀ ਕੈਂਪਸ ਜਾਣਗੇ। पोस्टर कॉम्पीटिशन जिस तरह मैं दसिया ऑलरेडी मैंने दसते हुए बड़ी खुशी महसूस हो रही है कि ऑलरेडी साढ़े को 150 एंट्रीज पोस्टर्स दियाँ आ चुकी हैं जिहदे विच स्कूल कॉलेजेस के दोनों के बच्चे ने और वो पोस्टर्स जदों असीं इत्थे एग्जीबिशन भी लगावांगे बच्चे उन्होंने एक्सप्लेन भी करेंगे तो मैनूं लगता है कि जदों कोई भी बच्चा कुछ भी एक्सप्लेन करेगा तो किते ना किते उहदे अंदर एक कॉन्फिडेंस लैवल तो आएगा ही आएगा लेकिन एक जिहड़ी वाई है वाई इज समथिंग वेरी इंपॉर्टेंट फॉर साइंस। जब तक असीं किसी चीज़ नूं क्वेश्चन नहीं करांगे तो वो अगे चीज़ उहदा कोई इन्वेंशन नहीं होएगी उहदा कोई हल नहीं निकलेगा। सो वो वाइज जिहड़ियां उन्हां पोस्टर्स दे विच होणगियां वो बहुत इंपॉर्टेंट होणगियां। फिल्म शोज होंगे रोज पका इन्वेंशन नहीं होएगी उहदा कोई हल नहीं निकलेगा। सो वो वाइज जिहड़ियां उन्हां पोस्टर्स दे विच होणगियां वो बहुत इंपॉर्टेंट होणगियां। फिल्म शोज होंगे रोज बकायदा साइंस एंड टैक्नोलॉजी के उत्ते बुक फेयर होएगा जिहदे विच कुछ इहो जिहियां किताबां जिहड़ियां वो बच्चों को दिखाईयां जाणगियां जिहड़ियां उन्हां दे सामने पेश कीतियां जाणगियां जिहड़ियां एकेडैमिक्स नूं तां सैटिस्फाई करनगियां ही करनगियां लेकिन उस दे नाल नाल उन्हां दी रिसर्च और उन्हां दी जीके नूं जिहड़ा है वो ज़्यादा इंपॉर्टेंस दिंदे होए असीं उन्हां गल्लां बारे गल करांगे। दैन एक चीज़ जिहड़ी जरूरी बहुत इत्थे मैं दसांगी पोस्टर रंगोली फैंसी ड्रेस मॉडल मेकिंग जिहड़ी है आजकल बहुत जिहड़े वर्किंग मॉडल्स होंगे वो इत्थे पेश किए जाएंगे बच्चों वालों। दैन पोइट्री रेसिटेशन स्टोरी राइटिंग कोरियोग्राफी पीपीटी आइडिया पिचिंग ये सारे कॉम्पीटिशनस जिहड़े है ये पूरे के पूरे हफ्ते दे विच होंगे और हैंड्स ऑन ट्रेनिंग दी जाएगी। एक डिपार्टमेंट ऑफ साइंस एंड टैक्नोलॉजी का प्रोग्राम चलता सी इंस्पायर पिछले 2 साल तो नहीं हो पा रहा कोविड करके उस प्रोग्राम का भी इको ही मंतव सीगा कि बच्चों को हैंड्स ऑन ट्रेनिंग किद्दां दी जाए। आज बच्चे को ये तो पता है कि मैं ये आ मिक्स करा तो आ बन जाएगा लेकिन उन्हें मिक्स करके कभी देखा नहीं है। सो वो हैंड्स ऑन ट्रेनिंग वो इक्विपमेंट को चलाने की ट्रेनिंग जी है वो उन्होंने देनी बहुत जरूरी है। सो स्पैशल एम्फेसिस जोड़ा है वो हैंड्स ऑन ट्रेनिंग के उत्ते होएगा। एक्सपीरियंशियल लर्निंग एक्सपीरियंशियल किस तरह तुसी किसी चीज़ को एक्सपीरियंस करके वो लर्निंग कर सकते हो ये ऊपर भी साडा एम्फेसिस होएगा। और जिस तरह मैं फिर कहा कि इनोवेशनस एंड इन्वेंशनस जिहड़ियां वो HMV का हमेशा हॉलमार्क रही ने अपनी कम्यूनिटी की रिस्पॉन्सिबिलिटी को मद्देनज़र रखते हुए एक पहल जिहड़ी असीं इहदे विच अपने वल्लों करन जा रहे हैं वो ये है कि एक दिन असीं जिहड़े स्पैशल चिल्ड्रन ने डिसेबल्ड चिल्ड्रन ने किसी भी तरह नाल
ਉਹ ਦੂਸਰੇ ਬੱਚਿਆਂ ਦੇ ਨਾਲ ਕੰਪੀਟ ਨਹੀਂ ਕਰ ਪਾਉਂਦੇ। ਇੱਕ ਦਿਨ, ਇੱਕ ਸ਼ਾਮ, ਇੱਕ ਦੁਪਹਿਰ, ਇੱਕ ਪੂਰਾ ਦਿਨ ਅਸੀਂ ਉਹਨਾਂ ਲਈ ਜ਼ਰੂਰ ਰੱਖਾਂਗੇ, ਜਿਹਦੇ ਵਿੱਚ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਹੋਣਗੀਆਂ, ਉਹਨਾਂ ਦੇ ਕੰਪੀਟੀਸ਼ਨਸ ਹੋਣਗੇ, ਉਹਨਾਂ ਦੇ ਪ੍ਰਾਈਜ਼ਸ ਕੱਢੇ ਜਾਣਗੇ, ਉਹਨਾਂ ਨੂੰ ਪੂਰਾ ਦਾ ਪੂਰਾ ਕੈਂਪਸ ਜਿਹੜਾ ਹੈ ਉਹ ਘੁਮਾਇਆ ਜਾਏਗਾ, ਲੈਬਸ ਦਿਖਾਈਆਂ ਜਾਣਗੀਆਂ, ਪੋਸਟਰਸ ਦਿਖਾਏ ਜਾਣਗੇ। ਇਹ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੋਏਗਾ ਹੰਸਰਾਜ ਮਹਿਲਾ ਮਹਾਵਿਦਿਆਲਿਆ ਦਾ ਕਮਿਊਨਿਟੀ ਦੀ ਸਰਵਿਸ ਲਈ। ਔਰ ਜਿਹੜੀ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਜਿਹੜੀ ਅਸੀਂ ਕਰਦੇ ਹਾਂ ਕਿ ਇਕੁਅਲ ਓਪਰਚੁਨਿਟੀਜ਼ ਬੱਚਿਆਂ ਨੂੰ ਕਰ ਪਾਉਂਦੇ, ਇੱਕ ਦਿਨ, ਇੱਕ ਸ਼ਾਮ, ਇੱਕ ਦੁਪਹਿਰ, ਇੱਕ ਪੂਰਾ ਦਿਨ ਅਸੀਂ ਉਹਨਾਂ ਲਈ ਜ਼ਰੂਰ ਰੱਖਾਂਗੇ, ਜਿਹਦੇ ਵਿੱਚ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਹੋਣਗੀਆਂ, ਉਹਨਾਂ ਦੇ ਕੰਪੀਟੀਸ਼ਨਸ ਹੋਣਗੇ, ਉਹਨਾਂ ਦੇ ਪ੍ਰਾਈਜ਼ਸ ਕੱਢੇ ਜਾਣਗੇ, ਉਹਨਾਂ ਨੂੰ ਪੂਰਾ ਦਾ ਪੂਰਾ ਕੈਂਪਸ ਜਿਹੜਾ ਹੈ ਉਹ ਘੁਮਾਇਆ ਜਾਏਗਾ, ਲੈਬਸ ਦਿਖਾਈਆਂ ਜਾਣਗੀਆਂ, ਪੋਸਟਰਸ ਦਿਖਾਏ ਜਾਣਗੇ। ਇਹ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੋਏਗਾ ਹੰਸਰਾਜ ਮਹਿਲਾ ਮਹਾਵਿਦਿਆਲਿਆ ਦਾ ਕਮਿਊਨਿਟੀ ਦੀ ਸਰਵਿਸ ਲਈ। ਔਰ ਜਿਹੜੀ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਜਿਹੜੀ ਅਸੀਂ ਕਰਦੇ ਹਾਂ ਕਿ ਇਕੁਅਲ ਓਪਰਚੁਨਿਟੀਜ਼ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ, ਇਹ ਸਾਡੀ ਇੱਕ ਪਹਿਲ ਇਸ ਪਾਸੇ ਹੋਈ। ਜੇ ਤੁਹਾਨੂੰ ਯਾਦ ਹੋਏਗਾ ਤਾਂ ਥੋੜੇ ਦਿਨ ਪਹਿਲਾਂ ਅਸੀਂ ਸਪੋਰਟਸ ਦੇ ਵਿੱਚ ਵੀ ਇਹੋ ਜਿਹੀ ਇੱਕ ਪਹਿਲ ਕੀਤੀ ਸੀਗੀ, ਜਿੱਥੇ ਅਸੀਂ ਸਪੈਸ਼ਲ ਚਿਲਡਰਨ ਦੇ ਇੱਥੇ ਟ੍ਰਾਇਲਸ ਕਰਵਾਏ ਸੀ, ਜਿਹੜੇ ਬੱਚਿਆਂ ਨੇ 올림픽ਸ ਦੇ ਵਿੱਚ ਅੱਗੇ ਜਾਣਾ ਸੀਗਾ। ਔਰ ਉਸ ਨੂੰ ਵੀ ਤੁਸੀਂ ਲੋਕਾਂ ਨੇ ਬਹੁਤ ਛਲਾਗਿਆ ਸੀ, ਪੂਰੀ ਸਮਾਜ ਨੇ, ਪੂਰੀ ਕਮਿਊਨਿਟੀ ਨੇ ਉਹਦੀ ਸਾਨੂੰ ਬੜੀ ਸ਼ਾਬਾਸ਼ ਦਿੱਤੀ ਸੀਗੀ। ਸੋ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਅੰਦਾਜ਼ਾ ਹੈ ਕਿ ਸਾਡੇ ਆਪਣੇ ਕੈਂਪਸ ਦੇ ਵਿੱਚ ਇੱਕ ਟਾਕਿੰਗ ਸਟੂਡੀਓ, ਰਿਕਾਰਡਿੰਗ ਸਟੂਡੀਓ ਚੱਲਦਾ ਹੈ, ਜਿਹਦੇ ਵਿੱਚ ਅਸੀਂ ਟਾਕਿੰਗ ਬੁੱਕਸ ਜਿਹੜੀਆਂ ਉਹ ਪ੍ਰੋਡਿਊਸ ਕਰਦੇ ਹਾਂ। ਸਕਸ਼ਮ ਦਾ ਜਿਹੜਾ ਵਿਜ਼ੂਅਲੀ ਚੈਲੰਜ ਦਾ ਜਿਹੜਾ ਆਫਿਸ ਹੈ ਪੰਜਾਬ ਦਾ, ਉਹ ਸਾਡੇ ਕੈਂਪਸ ਦੇ ਵਿੱਚ ਹੈ। ਸਾਡੇ ਟੀਚਰਸ ਔਰ ਜਿਹੜੇ ਈਵਨ ਸਾਡੇ ਰਿਟਾਇਰ ਹੋ ਗਏ ਟੀਚਰਸ ਨੇ, ਉਹ ਵੀ ਟਾਈਮ ਟੂ ਟਾਈਮ ਕਿਤਾਬਾਂ ਇੱਥੇ ਆ ਕੇ ਉਹਨਾਂ ਬੱਚਿਆਂ ਲਈ ਰਿਕਾਰਡ ਕਰਦੇ ਨੇ। ਸੋ ਇਹ ਸਾਰਾ ਕੁਝ ਦੱਸਣ ਦਾ ਮੇਰਾ ਸਿਰਫ ਔਰ ਸਿਰਫ ਪਰਪਸ ਇਹ ਹੈ ਕਿ ਐਕੈਡੈਮਿਕ ਐਕਸੀਲੈਂਸ ਸਾਡਾ ਕੰਮ ਹੈ, ਅਸੀਂ ਕਰਨਾ ਹੀ ਕਰਨਾ ਹੈ, ਲੇਕਿਨ ਉਹਦੇ ਨਾਲ ਹੀ ਨਾਲ ਸਮਾਜ ਦੇ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ, ਉਹਦੇ ਲਈ ਵੀ ਹੰਸਰਾਜ ਮਹਿਲਾ ਮਹਾਵਿਦਿਆਲਿਆ ਹਮੇਸ਼ਾ ਜਾਗਰੂਕ ਰਿਹਾ ਹੈ। ਚਾਹੇ ਉਹ ਨਾਰਮਲ ਟਾਈਮਸ ਰਹੇ ਨੇ, ਚਾਹੇ ਉਹ ਕਰੋਨਾ ਦਾ ਟਾਈਮ ਰਿਹਾ ਹੈ, ਔਰ ਚਾਹੇ ਅੱਜ ਅਸੀਂ ਇਹ ਨੈਸ਼ਨਲ ਸਾਇੰਸ ਵੀਕ ਦੀ ਗੱਲ ਕਰ ਰਹੇ ਹਾਂ। ਸੋ ਇੱਕ ਦਿਨ ਅਸੀਂ ਜਿਹੜਾ ਹੈ ਉਹ ਸਾਰਾ ਦਾ ਸਾਰਾ ਉਹਨਾਂ ਬੱਚਿਆਂ ਲਈ ਆਪਣੇ ਕੋਲ ਰੱਖਿਆ ਹੈ, ਤਾਂ ਕਿ ਅਸੀਂ ਉਹਨਾਂ ਬੱਚਿਆਂ ਨੂੰ ਉਹ ਸਾਰੀਆਂ ਚੀਜ਼ਾਂ ਦਿਖਾ ਸਕੀਏ, ਉਹਨਾਂ ਬੱਚਿਆਂ ਦੀਆਂ ਉਹ ਸਾਰੀਆਂ ਗੱਲਾਂ ਸੁਣ ਸਕੀਏ ਜਿਹੜੀਆਂ ਕਿ ਸ਼ਾਇਦ ਆਮ ਤੌਰ ਤੇ ਉਹਨਾਂ ਨੂੰ ਇੱਕ ਇਕੁਅਲ ਪਲੇਟਫਾਰਮ ਨਹੀਂ ਮਿਲਦਾ ਕਿ ਜਿੱਥੇ ਜਾ ਕੇ ਉਹ ਕਹਿ ਸਕਣ। ਇਸ ਤੋਂ ਇਲਾਵਾ ਇੱਕ ਦਿਨ ਜਿਹੜਾ ਹੋਏਗਾ ਉਹ ਓਪਨ ਡੇ ਹੋਏਗਾ, ਜਦੋਂ ਕਿ ਅਲੱਗ-ਅਲੱਗ ਰਿਸਰਚ ਲੈਬੋਰੇਟਰੀਜ਼ ਔਰ ਬੋਟੈਨੀਕਲ ਗਾਰਡਨਸ ਦੇ ਵਿੱਚ ਬੱਚਿਆਂ ਦੀ ਵਿਜ਼ਿਟ ਹੋਏਗੀ, ਤਾਂ ਕਿ ਜਿਹੜੇ ਪੌਦੇ, ਮੰਨ ਲਓ ਕਿ ਕੁਝ ਇਹੋ ਜਿਹੇ ਪਲਾਂਟਸ ਹੈ ਜਾਂ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੰਨ ਲਓ ਸਾਡੇ ਕੈਂਪਸ 'ਚ ਨਹੀਂ ਹੈ, ਬਟ ਇਨ ਸਮ ਅਦਰ ਬੋਟੈਨੀਕਲ ਗਾਰਡਨ ਉਹ ਚੀਜ਼ਾਂ ਹੈ, ਕਿਸੇ ਇਹੋ ਜਿਹੀ ਰਿਸਰਚ ਲੈਬੋਰੇਟਰੀ ਦੇ ਵਿੱਚ ਜਾਂ ਕਿਤੇ ਇਹੋ ਜਿਹੇ ਸਾਇੰਸ ਫੇਅਰ ਦੇ ਉੱਤੇ ਲਿਜਾ ਕੇ, ਤਾਂ ਕਿ ਅਸੀਂ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਵੀ ਵਾਕਿਫ ਕਰਾ ਸਕੀਏ, ਉਹਨਾਂ ਚੀਜ਼ਾਂ ਤੋਂ ਵੀ ਜਾਣੂ ਕਰਾ ਸਕੀਏ। ਸੋ ਉਹ ਪੂਰਾ ਕੀਤਾ ਹੈ। ਰਾਈਟ ਸਾਈਡ ਤੇ ਮੇਰੇ ਨੇ ਮੈਡਮ ਮੀਨਾਕਸ਼ੀ ਸਿਆਲ। ਇਹ ਉਪਰਾਲਾ ਸਾਰਾ ਦਾ ਸਾਰਾ ਮੈਡਮ ਮੀਨਾਕਸ਼ੀ ਸਿਆਲ ਦੇ ਵਿੱਚੋਂ ਨਿਕਲਿਆ ਹੈ, ਔਰ ਇਹਦੇ ਚ ਬਹੁਤ ਅੱਛਾ ਰਾਬਤਾ ਰੱਖ ਕੇ ਮੈਨੇਜ ਕਰ ਰਹੇ ਨੇ ਮੈਡਮ ਨੀਲਮ ਸ਼ਰਮਾ, ਜਿਹੜੇ ਕਿ ਸਾਡੇ ਸਾਇੰਸ ਫੈਕਲਟੀ ਦੇ ਹੈੱਡ ਨੇ, ਇਹਨਾਂ ਦੀ ਦੇਖ ਰੇਖ ਦੇ ਅੰਡਰ ਡਾਕਟਰ ਸੀਮਾ ਮਨਵਾਹਾ, ਜਿਹੜੇ ਸਾਡੇ ਡੀਨ ਐਕੈਡੈਮਿਕਸ ਨੇ ਔਰ ਜ਼ੂਓਲੋਜੀ ਡਿਪਾਰਟਮੈਂਟ ਦੇ ਹੈੱਡ ਨੇ, ਇਹਨਾਂ ਦੀ ਦੇਖ ਰੇਖ ਦੇ ਅੰਦਰ ਮੈਡਮ ਸਲੋਨੀ, ਜਿਹੜੇ ਕਿ ਫਿਜ਼ਿਕਸ ਦੇ HOD ਨੇ, ਮਿਸਟਰ ਹਰਪ੍ਰੀਤ, ਜਿਹੜੇ ਕਿ ਡਾਕਟਰ ਹਰਪ੍ਰੀਤ, ਜਿਹੜੇ ਕਿ ਸਾਡੇ ਬਾਇਓ ਇਨਫੋਰਮੈਟਿਕਸ ਦੇ ਹੈੱਡ ਨੇ, ਔਰ ਕੁਝ ਹੈੱਡ ਜਿਹੜੇ ਅੱਜ ਸਾਡੇ ਇੱਥੇ ਨਹੀਂ ਮੌਜੂਦ ਨੇ, ਉਹ ਸਾਰੇ ਇਲੈਕਸ਼ਨ ਡਿਊਟੀਜ਼ ਤੇ ਗਏ ਹੋਏ ਨੇ। ਸੋ ਇਹ ਸਾਰੇ ਦੇ ਸਾਰੇ ਸਾਇੰਸ ਡਿਪਾਰਟਮੈਂਟਸ ਦੇ ਹੈਡਸ ਦੀ ਦੇਖ ਰੇਖ ਦੇ ਅੰਡਰ ਅਸੀਂ ਇਹ ਪ੍ਰੋਗਰਾਮ ਜਿਹੜਾ ਉਹ ਕਰਨ ਜਾ ਰਹੇ ਹਾਂ। ਐਂਡ ਰਮਾ ਮੈਮ ਨੇ ਇਹਨੂੰ ਸਾਰਾ ਦਾ ਸਾਰਾ ਕੋਆਰਡੀਨੇਟ ਕੀਤਾ। ਸਾਡੇ ਮੀਡੀਆ ਪਾਰਟਨਰਸ ਜਿਹੜੇ ਨੇ ਉਹ ਸੀਮਾ ਸੋਨੀ ਮੈਮ ਹੋਣਗੇ, ਔਰ ਅਸੀਂ ਉਹਨਾਂ ਦੇ ਥਰੂ ਜਿਹੜਾ ਹੈ ਉਹ ਪੂਰੇ ਸਮਾਜ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਦੇ ਲਈ ਕੀ ਕਰ ਰਹੇ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਇਹਦੀ ਇੰਨੀ ਕੁ ਜ਼ਿਆਦਾ ਪਬਲਿਸਿਟੀ ਕੀਤੀ ਜਾਏ, ਤਾਂ ਕਿ ਹਰ ਉਹ ਬੱਚਾ, ਹਰ ਉਹ ਪੇਰੈਂਟ ਜਿਹਦੇ ਦਿਮਾਗ ਦੇ ਵਿੱਚ ਸਾਇੰਸ ਨੂੰ ਲੈ ਕੇ ਜ਼ਰਾ ਜਿਹਾ ਵੀ ਪਿਆਰ ਹੈ, ਜ਼ਰਾ ਜਿਹੀ ਵੀ ਪੈਸ਼ਨ ਹੈ, ਉਹ ਇਸ ਨੈਸ਼ਨਲ ਸਾਇੰਸ ਵੀਕ ਨੂੰ ਦੇਖਣ ਲਈ, ਉਹਦਾ ਪਾਰਟ ਬਣਨ ਲਈ ਜ਼ਰੂਰ ਪਹੁੰਚੇ।
ਇਹਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ, ਇਹਦਾ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਵੀ ਬੱਚਾ ਜਿਹੜਾ ਉਹ ਕਿਸੇ ਪਾਰਟਿਕੂਲਰ ਸਕੂਲ ਨਹੀਂ ਲੈ ਕੇ ਆਣਾ ਹੈ ਜਾਂ ਕਿਸੇ ਸਕੂਲ ਦੇ ਥਰੂ ਹੀ ਆਣਾ ਚਾਹੀਦਾ ਹੈ। ਸਕੂਲਾਂ ਨੇ ਤਾਂ ਆਣਾ ਹੀ ਆਣਾ ਹੈ ਕਿਉਂਕਿ ਗਵਰਨਮੈਂਟ ਦਾ ਪ੍ਰੋਜੈਕਟ ਹੈ। ਡੀਓ ਸਰ ਨੇ ਜਿਹੜਾ ਆਪਣੇ ਸਾਰੇ ਪ੍ਰਿੰਸੀਪਲਸ ਨੂੰ ਲਿਖਿਆ, ਉਹਨਾਂ ਨੇ ਤਾਂ ਆਣਾ ਹੀ ਆਣਾ ਹੈ। ਲੇਕਿਨ ਉਸ ਤੋਂ ਇਲਾਵਾ ਵੀ ਜੇ ਕੋਈ ਬੱਚਾ, ਜੇ ਕੋਈ ਪੇਰੈਂਟਸ ਇਹਨੂੰ ਵਿਜ਼ਿਟ ਕਰਨਾ ਚਾਹੁੰਦੇ ਨੇ ਤੇ ਦੇ ਆਰ ਮੋਸਟ ਵੈਲਕਮ ਫॉर दैट। ਸੋ ਕੁਝ ਗੱਲਾਂ ਜਿਹੜੀਆਂ ਉਹ ਮੈਂ ਜ਼ਰੂਰ ਮਿਸ ਕੀਤੀਆਂ ਹੋਣਗੀਆਂ। ਆਈ ਵੁੱਡ ਰਿਕੁਐਸਟ ਮੈਡਮ ਕਿ ਵੀ ਮੈਡਮ ਜਿਹੜੀਆਂ ਗੱਲਾਂ ਮੇਰੇ ਕੋਲੋਂ ਮਿਸ ਹੋ ਗਈਆਂ ਉਹਨਾਂ ਨੂੰ ਕਾਈਂਡਲੀ ਜਿਹੜਾ ਹੈ ਐਡ ਆਨ ਕਰੋ ਤਾਂ ਕਿ ਫਿਰ ਅਸੀਂ ਸਵਾਲਾਂ ਦੇ ਜਵਾਬ ਦੇ ਸਕੀਏ। ਸੋ ਗੁੱਡ ਆਫਟਰਨੂਨ ਟੂ ਆਲ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਮੈਡਮ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਹਰ ਇੱਕ ਚੀਜ਼ ਨੂੰ ਇਹਦੇ 'ਚ ਦੱਸਿਆ। ਇਹਦੇ ਵਿੱਚ ਸਾਡਾ ਜਿਹੜਾ ਮੇਨ ਹੈ ਵਿਗਿਆਨ ਪ੍ਰਸਾਰ ਵੱਲੋਂ ਇਹ ਉਪਰਾਲਾ, ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਫਰੋਮ ਮਿਨਿਸਟਰੀ ਆਫ ਕਲਚਰ ਔਰ PSA ਗਵਰਨਮੈਂਟ ਆਫ ਇੰਡੀਆ ਦੇ ਆਫਿਸ ਵੱਲੋਂ, ਔਰ ਉਹਨਾਂ ਨੇ ਇਸ ਪੂਰੇ ਵੀਕ ਨੂੰ ਇੱਕ ਨਾਮ ਦਿੱਤਾ ਵਿਗਿਆਨ ਸਰਵਤਰ ਪੂਜਯਤੇ, ਸਕੋਪ ਆਫ ਫੈਸਟੀਵਲ ਫॉर ऑल। मतलब ਇਹਦੇ ਵਿੱਚ ਇਹ ਨਹੀਂ ਹੈ ਕਿ ਜੇ ਕੋਈ ਬੱਚਾ ਸਕੂਲ ਜ਼ਰੂਰੀ ਕਿ ਕੰਪੀਟੀਸ਼ਨ ਲਈ ਹੀ ਵਿਜ਼ਿਟ ਕਰਨਾ ਹੈ। ਇਸ ਤੋਂ ਇਲਾਵਾ ਉਹ ਬੱਚੇ ਜੋ ਹੈ, ਪੇਰੈਂਟਸ ਜੋ ਹੈ, ਐਕੈਡੈਮੀਸ਼ੀਅਨਸ ਹੈ, ਟੀਚਰਸ ਹੈ, ਹਰ ਇੱਕ ਸਾਡੇ ਇੱਥੇ 7 ਦਿਨ ਮੇਲਾ ਰਹੇਗਾ 22 to 28 10 ਵਜੇ ਤੋਂ 4 ਵਜੇ ਤੱਕ। ਕੋਈ ਵੀ ਉਹਦੇ ਵਿੱਚ ਆ ਕੇ ਔਰ ਕੀ ਉਹਨਾਂ ਨੇ ਉੱਥੇ ਇੰਜੋਏ ਕਰਨਾ ਹੈ। ਇਹਦੇ ਵਿੱਚ ਇੱਕ ਪਾਰਟਿਕੂਲਰ ਜਿਹੜੀ ਇਹਦੀ ਖਾਸੀਅਤ ਹੈ, ਇਹਦੇ ਵਿੱਚ ਇਸ ਤਰ੍ਹਾਂ ਦੇ ਪੋਸਟਰਸ ਹੈ ਕਿ ਜਿਹੜੇ ਸਾਡੇ ਇੰਡੀਅਨ ਸਾਇੰਟਿਸਟ ਬਹੁਤ ਪੁਰਾਣੇ 18th ਸੈਂਚੁਰੀ ਦੇ ਸਾਇੰਟਿਸਟ ਹੈ, 19th ਸੈਂਚੁਰੀ ਦੇ ਸਾਇੰਟਿਸਟ ਹੈ, ਉਹਨਾਂ ਦੀ ਪੂਰੀ ਹਿਸਟਰੀ, ਉਹਨਾਂ ਦੀ ਪੂਰੀ ਬਾਇਓਗ੍ਰਾਫੀ, ਕੀ ਉਹਨਾਂ ਨੇ ਰਿਸਰਚ ਕੀਤੀ, ਉਹ ਸਾਰਾ ਇਹਦੇ 'ਚ ਹੋਏਗਾ। ਇਸ ਤੋਂ ਇਲਾਵਾ ਇੰਡੀਆ ਨੇ ਕੀ ਮਾਈਲਸਟੋਨਸ ਅਚੀਵ ਕੀਤੇ ਹੈ ਇਨ ਸਾਇੰਸ ਐਂਡ ਟੈਕਨੋਲੋਜੀ, ਉਹਦੇ ਸਾਰੇ ਪੋਸਟਰਸ ਹੋਣਗੇ। ਸੋ ਬੱਚਿਆਂ ਉਹਦੇ ਇਲਾਵਾ ਫਿਲਮ ਸ਼ੋਅ ਔਨ ਸਾਇੰਸ ਐਂਡ ਟੈਕਨੋਲੋਜੀ। ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਅਟਰੈਕਸ਼ਨ ਵਾਲੀਆਂ, ਔਰ ਇਹਦੇ ਲਈ ਵਿਗਿਆਨ ਪ੍ਰਸਾਰ ਨੇ ਔਰ ਬਾਕੀ PSA ਡਿਪਾਰਟਮੈਂਟ ਨੇ ਕਾਫੀ ਮਿਹਨਤ ਕੀਤੀ ਹੈ। ਉਹਦੇ ਨਾਲ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਪੋਸਟਰਸ ਹੈ ਤਿਆਰ ਹੋਏ ਹੈ, ਜਿਹੜੇ ਕਿ ਅਸੀਂ ਇੱਥੇ ਆਪਣੀ ਐਗਜ਼ੀਬਿਸ਼ਨ 'ਚ ਡਿਸਪਲੇ ਕਰਾਂਗੇ। ਸੋ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਇਹ ਜਿਹੜਾ ਕਨਵੇ ਹੈ ਇਸ ਤਰੀਕੇ ਨਾਲ ਕਰੋ ਕਿ ਹਰ ਇੱਕ ਪੇਰੈਂਟ, ਹਰ ਇੱਕ ਬੱਚਾ, ਹਰ ਇੱਕ ਐਕੈਡੈਮੀਸ਼ੀਅਨ ਉਹ ਆਣਾ ਚਾਹੇ ਔਰ ਉਹਨੂੰ ਲੱਗੇ ਕਿ ਅਸੀਂ ਜਾਈਏ ਔਰ ਜਾ ਕੇ ਇਸ ਮੇਲੇ ਦੇ ਵਿੱਚ ਇਸ ਸਾਇੰਸ ਕਮਿਊਨੀਕੇਸ਼ਨ, ਔਰ ਇਹਦਾ ਪਰਪਸ ਵੀ ਉਹਨਾਂ ਨੇ ਇਹੀ ਰੱਖਿਆ ਕਿ ਇਟ ਇਜ਼ ਸਾਇੰਸ ਕਮਿਊਨੀਕੇਸ਼ਨ ਪੋਪੂਲਰਾਈਜੇਸ਼ਨ ਐਂਡ ਇਟਸ ਐਕਸਟੈਂਸ਼ਨ। ਸੋ ਸਾਡੇ ਨਾਲ ਹੱਥ ਮਿਲਾ ਕੇ ਹੋਰ ਅਸੀਂ ਇਹਦੇ ਤੋਂ ਸਿੱਖ ਸਕੀਏ। ਇਨਕਲੂਡਿੰਗ ਸੰਡੇ ਵੀ ਇਹ ਓਪਨ ਹੋਏਗਾ। ਇਨਕਲੂਡਿੰਗ ਸੰਡੇ ਜਿਹੜਾ ਹੈ ਉਹ 7 days ਇਜ਼ ਗੋਇੰਗ ਟੂ ਬੀ। ਜਦੋਂ ਇਹ ਪ੍ਰੋਗਰਾਮ ਖਤਮ ਹੋ ਜਾਏਗਾ, ਇਹਨਾਂ ਕੁਝ ਬੱਚੇ ਸ਼ਾਰਟਲਿਸਟ ਕੀਤੇ ਜਾਣਗੇ ਜਿਹੜੇ ਕਿ ਗਵਰਨਮੈਂਟ ਵੱਲੋਂ ਉਹਨਾਂ ਨੂੰ ਆਪਣੀ ਵੱਲ ਖਿੱਚਿਆ ਜਾਵੇ। ਦੇਖੋ ਜੀ, ਹਜੇ ਜੇ ਅੱਜ ਦੀ ਗੱਲ ਕਰੀਏ ਤਾਂ ਹਜੇ ਹਾਲ ਦੀ ਘੜੀ 'ਚ ਤਾਂ ਗਵਰਨਮੈਂਟ ਦਾ ਇਹੋ ਜਿਹਾ ਕੋਈ ਉਹ ਨਹੀਂ ਹੈ। ਲੇਕਿਨ ਅਸੀਂ ਉਹ ਬੱਚੇ ਜਿਹੜੇ ਹੈ ਜਿਨ੍ਹਾਂ ਨੂੰ ਸਪੋਜ਼ ਕਰੋ ਕੋਈ ਪ੍ਰਾਈਜ਼ਸ ਮਿਲਦੇ ਆ ਜਾਂ ਕੁਝ ਬੱਚੇ ਨਹੀਂ ਉਹੀ ਬੱਚੇ ਆਉਣਗੇ ਨਾ ਸਰ, ਉਹ ਪ੍ਰਾਈਜ਼ਸ ਜਿਹੜੇ ਮਿਲਣਗੇ ਉਹਨਾਂ ਨੂੰ ਤਾਂ ਅਸੀਂ ਮਿਨਿਸਟਰੀ ਨੂੰ ਰੈਫਰ ਕਰਾਂਗੇ ਤਾਂ ਕਿ ਉਹਨਾਂ ਦੇ ਜਿਹੜੇ ਪੋਸਟਰਸ ਹੈ ਜਾਂ ਉਹਨਾਂ ਦੇ ਕੁਝ ਵੀ ਹੈ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਲੋਕਾਂ ਤੱਕ ਪਹੁੰਚਾਇਆ ਜਾਏ। ਦੂਸਰੀ ਚੀਜ਼ ਕੀ ਹੋਏਗੀ ਕਿ ਅਸੀਂ ਆਪਣੇ ਲੈਵਲ ਦੇ ਉੱਤੇ ਜ਼ਰੂਰ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੱਚਿਆਂ ਦੇ ਵਿੱਚ ਸਾਨੂੰ ਕੋਈ ਇਹੋ ਜਿਹਾ ਨਜ਼ਰ ਆਉਂਦਾ ਹੈ, ਬੱਚੇ ਆਪਣਾ ਰਜਿਸਟ੍ਰੇਸ਼ਨ ਫਾਰਮ ਭਰ ਕੇ ਜਾਂਦੇ ਆ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕੰਟੈਕਟ ਕਰੀਏ। ਔਰ ਜਿਸ ਤਰ੍ਹਾਂ ਸਾਡੇ ਕੋਲ ਇੰਸਪਾਇਰ ਪ੍ਰੋਗਰਾਮ ਹਰ ਸਾਲ ਆਉਂਦਾ ਹੈ DST ਦਾ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਬੱਚਿਆਂ ਨੂੰ ਉਸ ਇੰਸਪਾਇਰ ਪ੍ਰੋਗਰਾਮ ਦੇ ਵਿੱਚ ਵੀ ਲੈ ਕੇ ਆਈਏ ਤਾਂ ਕਿ ਅਸੀਂ ਉਹਨਾਂ ਦੇ ਕੈਲੀਬਰ ਨੂੰ ਹੋਰ ਜ਼ਿਆਦਾ ਐਨਹਾਂਸ ਕਰ ਸਕੀਏ। ਤੁਹਾਡੇ ਤੋਂ ਇਲਾਵਾ ਕਿਹੜੀ ਯੂਨੀਵਰਸਿਟੀਆਂ ਜਿਹੜੀਆਂ ਕਿ